संत जनो प्यारा मैं मिलया। रूप रंग अर रेख भेख हो कहना सकत के। अचर मूरत अनुभव प्रकाश हमें तोज कहिजै। कोट इंद्र इंद्राण साहे सहान गणिज। तिर भवन महीप सुर नर असुर नेत नेत बन तृण कहत। सर्वनाम कथै कवन कर्म नाम बरणत सुमत। प्रभ दाता दातार परयो जाचक एक शरणा। मिलै दान संतरे निज लग पहुँ जल तरना। बिनत करो अरदास सुनो जे ठाकुर पावै। देहो दरस मन चाओ भगत एहो मन ठहरावे। बलो चराग अंधियार में सब काले उदरी एक नाम धर्म। प्रगट सकल हर भवन मह जन नानक गुर पार ब्रह्म। मैं मूर्ख की केतक बात है कोट बरादी तरियारे। गुरु नानक जिन सुनया पेखिया से फिर गरबास न परियारे। मुँह के उचरै शास्त्र खट पिंग गिरन चढ़ जाए। आंद लखै बदरो सुनै जो काल कृपा करा। कहा बुद्ध प्रभ तुच्छ हमारी मर न सकै महिमा जो तिहारी। हम न सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी। वाहिगुरु जी का खालसा वाहिगुरु जी की फतेह। जो हो जुगे अटल चवर छतर तख्त के मालिक दीन दुनिया के वाली साहिब कमाल सतगुरु श्री गुरु ग्रंथ साहिब जी महाराज जी की पावन पवित्र हजूरी अंदर हाजरियां भर रही गुरु रूप गुरु खालसा साध संगत जी। जगत गुरुदेव जगत गुरु गुरु नानक देव जाहर पीर जगत गुरु बाबा। धन धन श्री गुरु नानक देव जी महाराज सच्चे पातशाह जी दे पावन पवित्र प्रकाश पुरब दीयां खुशियां अंदर आप सरबत संगतां दे सहयोग सदका महापुरखां वल्लों श्री गुरु ग्रंथ साहिब जी महाराज जी की अगवाई हेठ नगर कीर्तन सजाए गए थे।
ਨਗਰ ਕੀਰਤਨ ਸਜਾਉਣ ਦਾ ਜਿਹੜਾ ਮੁੱਖ ਪ੍ਰਯੋਜਨ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦਾ ਪ੍ਰਚਾਰ ਕਰਨਾ। ਜੋ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਸਾਨੂੰ ਦੇ ਕੇ ਗਏ ਨੇ, ਇਹ ਸਿਧਾਂਤ ਘਰ ਘਰ ਵਿੱਚ ਵੰਡਣਾ ਜਾ ਕੇ। ਆਮ ਕਰਕੇ ਆਪਾਂ ਸੁਣਦੇ ਹਾਂ ਵੀ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਕੱਲਾ ਭੋਜਨ ਹੀ ਨਹੀਂ ਵੰਡਣਾ ਵੀ ਲੰਗਰ ਵੰਡ ਕੇ ਹੀ ਛਕਣਾ ਹੈ। ਜਿਹੜਾ ਸਿਧਾਂਤ ਗੁਰੂ ਸਾਹਿਬ ਜੀ ਦੇ ਕੇ ਗਏ ਨੇ, ਇਹ ਸਿਧਾਂਤ ਵੀ ਵੰਡਣ ਦੀ ਮਰਿਆਦਾ ਹੈ। ਪ੍ਰਭਾਤ ਫੇਰੀਆਂ ਨਿਕਲਦੀਆਂ ਨੇ, ਇਹਨਾਂ ਪਿੱਛੇ ਵੀ ਇੱਕ ਬੜਾ ਭਾਰੀ ਪ੍ਰਯੋਜਨ ਸੀ ਗੁਰਸਿੱਖਾਂ ਦਾ, ਕਿ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਜਾਂ 10ਵੇਂ ਪਾਤਸ਼ਾਹ ਸਤਿਗੁਰਾਂ ਦੇ ਸਿਧਾਂਤ ਤੋਂ ਜਾਣੂ ਕਰਾਇਆ ਜਾਏ। ਗੁਰਸਿੱਖ ਸਿੱਖੀ ਦੇ ਪ੍ਰਚਾਰ ਦੇ ਲਈ ਕੋਈ ਨਿਵੇਕਲਾ ਢੰਗ ਤਰੀਕਾ ਲੱਭ ਲੈਂਦੇ ਸਨ। ਮਕਸਦ ਕੇਵਲ ਇਹੋ ਸੀ ਕਿ ਸਤਿਗੁਰਾਂ ਦਾ ਸਿਧਾਂਤ ਘਰ ਘਰ ਵਿੱਚ ਵੰਡਿਆ ਜਾਏ, ਦੁਨੀਆ ਨੂੰ ਪਤਾ ਲੱਗੇ ਕਿ ਗੁਰੂ ਨਾਨਕ ਸਾਹਿਬ ਦਾ ਆਗਮਨ ਇਸ ਧਰਤੀ ਤੇ ਕਿਉਂ ਹੋਇਆ। ਤੋ ਨਗਰ ਕੀਰਤਨ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ, ਇਹਦਾ ਪ੍ਰਯੋਜਨ ਇਹੀ ਹੈ ਕਿ ਜੋ ਦਾਤ ਗੁਰੂ ਨਾਨਕ ਸਾਹਿਬ ਜੀ ਸਾਨੂੰ ਦੇ ਕੇ ਗਏ ਨੇ, ਜਿੱਥੇ ਉਹ ਦਾਤਾਂ ਅਸੀਂ ਆਪਣੇ ਹਿਰਦੇ ਵਿੱਚ ਵਸਾਉਣੀਆਂ ਨੇ, ਉੱਥੇ ਉਹ ਸਿਧਾਂਤ ਗੁਰੂ ਸਾਹਿਬ ਦਾ ਆਪਾਂ ਦੂਜਿਆਂ ਨਾਲ ਵੀ ਸਾਂਝਾ ਕਰਨਾ ਹੈ। ਉਹ ਸਿਧਾਂਤ ਦੂਜਿਆਂ ਨੂੰ ਵੀ ਵੰਡਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ, ਕਾਰਤਕ ਮਾਸ ਰੁੱਤ ਸਰਦ ਪੂਰਨਮਾਸ਼ੀ, 8 ਜਾਮ 60 ਘੜੀ ਆਜ ਤੇਰੀ ਬਾਰੀ ਹੈ। ਇਹਦਾ ਭਾਵ ਹੈ ਕਿ ਕੱਤਕ ਦਾ ਮਹੀਨਾ ਸਰਦ ਰੁੱਤ ਦਾ ਵਕਤ ਹੈ। 8 ਪਹਿਰ ਹੁੰਦੇ ਨੇ ਦਿਨ ਤੇ ਰਾਤ ਵਿੱਚ, ਤੇ 60 ਘੜੀਆਂ ਹੁੰਦੀਆਂ ਨੇ। ਭਾਈ ਸਾਹਿਬ ਜੀ ਕਹਿੰਦੇ, ਹੇ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ, ਸੰਸਾਰ ਵਿੱਚ ਆਉਣ ਦੀ ਅੱਜ ਤੁਹਾਡੀ ਵਾਰੀ ਹੈ। ਕਿਉਂ ਆਉਣਾ? ਕਿਉਂਕਿ ਜਿਹੜਾ ਕਾਰਜ ਕਰਨ ਵਾਸਤੇ ਪਰਮੇਸ਼ਰ ਨੇ ਬੜਿਆਂ ਨੂੰ ਸੰਸਾਰ ਵਿੱਚ ਭੇਜਿਆ, ਉਹ ਕਾਰਜ ਉਹ ਕਰ ਨਾ ਸਕੇ। ਇਸ ਵਾਸਤੇ ਇਸ ਭਵ ਸਾਗਰ ਤੇ ਸੰਸਾਰ ਸਾਗਰ ਤੇ ਆਉਣ ਦੀ ਅੱਜ ਤੁਹਾਡੀ ਵਾਰੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਸੁਣੀ ਪੁਕਾਰ ਦਾਤਾਰ ਪ੍ਰਭ। ਪੁਕਾਰ ਕਦੋਂ ਕੀਤੀ ਜਾਂਦੀ ਹੈ ਜੀ? ਜਿਹਨੂੰ ਆਪਾਂ ਫਰਿਆਦ ਕਹਿੰਦੇ ਆ। ਫਰਿਆਦ ਉਦੋਂ ਕੀਤੀ ਜਾਂਦੀ ਜਦੋਂ ਮਨੁੱਖ ਅਤ ਦਾ ਦੁਖੀ ਹੋਵੇ। ਦੁਖੀ ਹੋ ਕੇ ਹੀ ਪੁਕਾਰ ਕਰਦਾ ਹੈ ਨਾ। ਜਿਹੜਾ ਦੁਖੀ ਨਹੀਂ, ਉਹ ਪੁਕਾਰ ਹੀ ਨਹੀਂ ਕਰ ਸਕਦਾ, ਉਹ ਫਰਿਆਦ ਹੀ ਨਹੀਂ ਕਰ ਸਕਦਾ। ਅਰਦਾਸ ਕਿਹਦੇ ਹਿਰਦੇ ਵਿੱਚੋਂ ਨਿਕਲਦੀ ਹੈ? ਜਿਹੜਾ ਦੁਖੀ ਹੋਵੇ ਅੰਦਰੋਂ। ਸੁਖੀ ਦੇ ਹਿਰਦੇ ਵਿੱਚੋਂ ਉਦਾਂ ਦੀ ਅਰਦਾਸ ਨਹੀਂ ਨਿਕਲਦੀ। ਜਿਹੜਾ ਅੰਦਰੋਂ ਸਤਾਇਆ ਹੋਵੇ ਨਾ, ਉਹਦੇ ਹਿਰਦੇ ਵਿੱਚੋਂ ਅਰਦਾਸ ਨਿਕਲਦੀ, ਫਰਿਆਦ ਨਿਕਲਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਧਰਤੀ ਨੇ ਫਰਿਆਦ ਕੀਤੀ, ਪੁਕਾਰ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ। ਉਹ ਫਰਿਆਦ ਪਰਮੇਸ਼ਰ ਨੇ ਸੁਣੀ ਵੀ। ਬਾਣੀ ਵਿੱਚ ਗੁਰੂ ਸਾਹਿਬ ਜੀ ਖੁਲਾਸਾ ਕਰਦੇ ਨੇ, ਹੋਇਆ ਕੀ ਸੀ ਕਿ ਧਰਤੀ ਨੂੰ ਪੁਕਾਰ ਕਰਨੀ ਪਈ। ਕਹਿੰਦੇ ਜੀ, ਕਾਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ। ਇਸ ਧਰਤੀ ਦੇ ਉੱਪਰ ਕਲਯੁਗ, ਕਾਤੀ ਨਾਮ ਹੁੰਦਾ ਕੈਂਚੀ ਦਾ, ਕੈਂਚੀ ਦੇ ਸਮਾਨ ਰਾਜੇ ਕਸਾਈ ਬਣ ਚੁੱਕੇ ਸਨ। ਕਲ ਕਾਤੀ ਰਾਜੇ ਕਾ ਸਾਈ। ਕਲ ਨਾਮ ਪਾਪ ਦਾ ਵੀ ਹੁੰਦਾ ਹੈ, ਕਲ ਨਾਮ ਕਲਯੁਗ ਦਾ ਵੀ ਹੁੰਦਾ ਹੈ। ਰਾਜੇ ਕਸਾਈ ਬਣ ਗਏ ਸਨ। ਜਿਵੇਂ ਆਪਾਂ ਖੇਤਾਂ ਦੇ ਚਫੇਰੇ ਵਾੜ ਲਾ ਲੈਂਦੇ ਆ, ਵਾੜ ਦਾ ਕੀ ਕੰਮ ਹੁੰਦਾ? ਵੀ ਖੇਤ ਦੀ ਰਖਵਾਲੀ ਕਰਨੀ। ਭਾਈ ਗੁਰਦਾਸ ਜੀ ਕਹਿੰਦੇ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਰਾਜੇ ਹੀ ਪਾਪ ਕਰਨ ਲੱਗ ਪਏ।
जिस वाड़ ने यानी जिन्हां राजियां ने प्रजा की रखवाली करनी सी, उही राजे प्रजा नूं मारन लग पे। एक कथा आउंदी है 10वें पातशाह के जीवन विच। औरंगजेब ने ना चिट्ठी लिखी 10वें पातशाह ने। वो जानता सी भी मैं गुरु साहब का टाकरा नहीं कर सकता, ये गल औरंगजेब भी जानता सी। नाल दे काजी कहंदे ने भी इस तरह करो भी प्यार वाली ना चिट्ठी लिख के भेज दिओ, एक बारी इत्थे आ जाण मुड़ के काबू कर लवांगे। वो चिट्ठी विच लिखदा है कि खुदा ने मैनू पातशाही दिती है। औरंगजेब दे बोल, इस धरती उपर पातशाह इको ही हुंदा है, वो हाँ मैं, ते हुक्म मेरा ही चलदा, आग्या मेरी चलती है। ते मेरा परवाना वेखदियां सार दखण आ जाओ। उदों ये दखण विच सी। 9वें पातशाह जी की शहादत तो बाद ये दिल्ली विच रह नहीं सी सकिया औरंगा, भी दखण पहुंच जाओ। जदों परवाना महाराज कोल आनंदपुर साहब आया, गुरु गोबिंद सिंह महाराज ने अगों जवाब लिखिया कि जिन्हें तेनू बादशाह बनाया है, क्यों बनाया है? लोकां दा इंसाफ करन वास्ते। अज कोई राजा बनता, कोई मंत्री बनता, कोई MLA बनता है, कोई चौधरी बनता, कोई सरपंच बनता, उहदा काम की है जी? लोकां दा इंसाफ करना, लोकां दा भला करना उहदा काम है। राजनीति न्याय ते खड़ी होंदी है, पर जदों न्याय करन वाला बेइंसाफी करे ते फिर इहदा भाव यह है कि वाड़ ही खेत नूं खा रही है। गुरु कलगीधर जी महाराज कहन लगे कि जिस खुदा ने तेनू बादशाही दिती है ना, वो दिती सी लोकां दा भला करन वास्ते, इंसाफ करन वास्ते। जदों तू ही बेइंसाफी करन लग गया है तो अकाल पुरख ने मैनू फिर इस धरती ते भेजिया भी हुण तुसीं जाओ। मैनू तां आउणा पिया क्योंकि तेरियां बेइंसाफियां ते तेरे कीते होए जुल्म ते पाप की टक्कर लैण लई मैं इस धरती ते आया। ते मैनू किहने भेजिया जी? कहंदे अकाल पुरख ने। सतगुरां दे अपने बचन ने, मैं अपना सुत तोहे निवाजा, पंथ परचुर करबे को साजा, धर्म चलावन पंथ उबारन, दुष्ट सबन को मूल उपारन। इस धरती उपर पंथ नूं चलाण लई, धर्म नूं बचाण दे लई, संतां दी रखिया करन वास्ते ते दुष्टां दा मुੱਢ पुट्टण वास्ते मैं इस धरती ते आया। साध संगत जी, अवतारी पुरखां नूं, महापुरखां नूं धरती ते उदों ही आना पैंदा जदों धर्म दी गिलानी होनी शुरू हो जाती है। मैं तां बेनती कीती है कि गुरु नानक साहब जी महाराज जी दे आउण तो पहलां दी दशा बाणी ने भाई गुरदास साहब होरां ने दसी है, जिहदे विच भाई साहब कहंदे राजे पाप करन लग पए सन ते धर्म तां खंभ ला के ही उड गया सी, दिसदा ही नहीं सी। महाराज कहंदे सच चंद्रमा कह चढ़िया, मैनू नहीं दिसदा कि सच दा चंद्रमा किथे चढ़िया होया। कूड़ अमावस सच चंद्रमा दिसै नाही कह चढ़िया। हर पासे झूठ दी अमावस काली बोली रात ही कहंदे छाई हुई है। तां लोक धर्मी तां है न, फर्क इन्ना कह किसे दी खेल बंदगी हुंदी है ते किसे ने बंदगी नूं खेल बनाया हुंदा। मैं इहदा विस्तार अगे जाके करांगा। इत्थे धरती दे उपर बंदगी दे नां ते खेडां खेडण वाले बड़े सन, जिन्हां ने धर्म दा लिबास तां पहनिया होया सी पर अंदरों वो धर्मी नहीं सन। जदों गुरु नानक साहब जी शमेर गए ना ते सिद्धा ने पूछया भी दसो की हाल है धरती दा? महाराज कहंदे तुसी तां लोके बह गए हो, सिर छप बैठे पर्वती, कौन जगतर को पार उतारा, कौन भला करेगा? तुसी तां डरदे मारे आ पर्वतां दे विच आके छुप के बह गए हो ते भला किन्ने करना संसार दे लोकां दा? गुरु नानक साहब सच्चे पातशाह महाराज जी की आमद होंदी है। भाई गुरदास साहब जी कहंदे कतक दा महीना है, सर्दी की रुत पूर्णमाशी है। गुरु नानक साहब जी महाराज इस धरती ते अवतार धारण करते हैं।
गुरु कलगीधर जी महाराज अपने सरबलोह प्रकाश ग्रंथ विच एक बचन लिखदे गुरु नानक साहब जी महाराज बारे, उन्हां दी हस्ती की सी। सतगुरु जी कहंदे श्री गुरु नानक आप परमेश्वर अवतार लियो शुभ वंश प्रधाना। गुरु नानक साहब जी महाराज आप परमेश्वर सन जिन्हां ने इस मात लोक दी धरती ते बेदियां दी कुल दे विच अवतार धारण कीता। भाई साहब भाई संतोख सिंह होरी लिखदे श्री नानक परशोतमं परम परावर नाथ युगल चरण मम बंदना धर पर धर कर माथ। गुरु नानक साहब अकाल पुरख उन्हां दे चरना कबलां दे उपर मैं मत्था रख के नमस्कारां करदा जो जीवां दा भला करन वास्ते इस मात लोक दी धरती ते आए। सूरज चढ़दा है ना जी, जदों ਉਹਦੀਆਂ किरणां दे नाल जदों पौ फुटन लगदी है, चिड़ियां चौकदियां ने, पंछी जिहड़े ने बड़े खुश होंदे ने, कबल दे फुੱਲ खिड़न लग पैंदे ने क्योंकि सूरज दा आगमन हो रहा है, सूरज चढ़ रहे है। अवतारी पुरुषां दे इस धरती दे उत्ते आउण दे नाल ਜਿਹੜੀਆਂ ਰੱਬੀ रूहां बंदगी करन वाले हुंदे ने उन्हां दे हिरदे भी खिड़ जांदे ने। उन्होंने पता लग जाता है इस धरती के उपर कोई बंदगी करन वाले, कोई नाम जपण वाले इस धरती ते प्रगट होए ने। गुरु नानक साहब जी का प्रकाश होया, पिता जी ने पंडित हरदयाल जी नूं सद्या। जदों वो आए कहते बालक दे दर्शन कराओ। दर्शन कीते महाराज दे। दर्शन करदिआं सार उन्हां दा मन जिहड़ा है ना इस तरह कहते मंत्र मुग्ध हो गया, मानो कि जैसे कोई बुत होवे ते उन्होंने बिल्कुल शुद्ध बुद्ध भुल गई। जिवें भाई गुरदास साहब जी कहते हैं दर्शन देखत सुध की ना सुध रही, बुद्ध की ना बुद्ध रही, मत मैं ना मत है। दर्शन करदिआं मंत्र मुग्ध हो गए, अपने अंदर अनुभव किया इस धरती के उपर रब परमेश्वर आप आया। शरीर के लक्षण वेखे, लक्षण वेख के दाई नूं कहंदे भी बालक किहड़ा नाम लैके जदों जन्म होया ये किहड़ा नाम लैके बोलिया, इहदे मुख विचों किहड़ा शब्द निकलिया, रोया की कीता इहने। वो दाई हैरान होके कहन लगी भी मेरे हत्थां विच बड़े बालकां ने जन्म लिया है, पर जदों ये बालक जन्मे है ना इहदे मुख विचों मैं रोण दी आवाज़ नहीं सुनी, ये बालक मुस्कराया सी। अजकल तो आप कहने जी बच्चा जन्म लैंदिया माँ कहता पर मैनू खिमा करियो, ये तो हुण साडियां मिठियां गल्लां हुंदियां ने। सतगुरु जी की बाणी कहती है भी बच्चा रोंदा है जन्म लैंदिया, जदों जन्म लैंदा जी बच्चा रोंदा है, नहीं रोंदा जी डॉक्टर कहता जी इनू रवाओ भी ये रोवे बालक जिहड़ा बच्चा रोंदा है। क्यों रोंदा है? कदे भाई गुरदास जी नूं पुछो, कहते साहो विछड़िया बनजारा, रब नालों बनजारा विछड़ के रोंदा है। लिव छुड़की लगी तृष्णा माया अमर वरताया, जन्म हुंदिया माया दा हुक्म वरतदा है, जिहड़ी माता दे उदर विच लिव लगी हुंदी सी ओह टुट जांदी है, बच्चा तां रोंदा है। बड़े विरले अवतारी पुरख हुंदे ने संसार उपर आउंदे ने जिहड़े मुस्कराउंदे ने, कदे रोंदे नहीं। उन्हां दी ओह जन्म लैंदिआं दी पहली मुस्कराहट सारे संसार लई मुस्कराहट बन जाती है। जिन्हां दे चेहरे मुरझाए हुंदे ने उन्हां दे चेहरिਆਂ ਨੂੰ मुस्कराहट खड़ा देंदी है। धन गुरु नानक साहब जी महाराज सतगुरु सच्चे पातशाह महाराज जी की बाबत बचन सुन के ना जी हरदयाल जी ने नमस्कार की, मत्था टेकिया कि ये बालक आप परमेश्वर है। पता नहीं कि जदों ये बालक वड्डा होवेगा कोई कला वरताएगा, मैं जिउंदा रहांगा कि नहीं रहांगा, मेरी इच्छा है कि मैं अपनियां अखां नाल इहदे कौतुक वेखां। ये पंडित हरदयाल जी की अपनी विचार सी जदों गुरु साहब दे दर्शन करके गए। साध संगत जी दाई नूं जदों पिता जी माया कपड़े देण लगे ना जी, ਜਿਹੜੀ ਕਹਿੰਦੇ 6 ਮਹੀਨਿਆਂ ਤੋਂ ਗੇੜੇ ਰੋਜ਼ ਮਾਰਦੀ ਸੀ, ਜਨਮ ਸਾਖੀ ਦੇ ਬੋਲ ਨੇ, ਉਹਨੇ ਗੇੜਾ ਮਾਰਿਆ ਕਰਨਾ ਵੀ ਕਿਉਂਕਿ ਪਟਵਾਰੀ ਸਨ, ਮਾਇਆਧਾਰੀ ਸਨ, ਕਈ ਪਿੰਡਾਂ ਦਾ ਪਟਵਾਰਖਾਨਾ ਇਹਨਾਂ ਦੇ ਕੋਲ ਹੀ ਸੀ। ਜਿਹੜੇ ਰਾਏ ਬਲਾਰ ਸਨ ਉਹਨਾਂ ਦੇ ਮਿੱਤਰ ਸਨ,
ਮਹਿਤਾ ਕਲਿਆਣ ਦਾਸ ਜੀ। ਮਹਿਤਾ ਵੱਡੇ ਨੂੰ ਕਹਿੰਦੇ ਨੇ ਜੀ, ਆਪਾਂ ਮਹਿਤਾ ਕਾਲੂ ਕਹਿ ਦਿੰਦੇ ਆ, ਮਹਿਤਾ ਵੱਡੇ ਨੂੰ ਕਹਿੰਦੇ ਨੇ। ਛੋਟਾ ਨਾਮ ਕਾਲੂ ਜੀ ਸੀ, ਨਾਮ ਸੀ ਕਲਿਆਣ ਦਾਸ। ਤਾਂ ਕਈ ਪਿੰਡਾਂ ਦੀ ਪਟਵਾਰਖਾਨੇ ਦੀ ਜਿਹੜੀ ਇਹ ਡਿਊਟੀ ਉਹਨਾਂ ਦੀ ਸੀਗੀ। ਮਾਇਆ ਧਾਰੀ ਸਨ। ਦਾਈ ਨੇ ਗੇੜੇ ਮਾਰਨੇ ਵੀ ਸਮਾਂ ਆਏਗਾ ਤੇ ਬਹੁਤ ਸਾਰੇ ਬਸਤਰ ਅਨਾਜ ਮਿਲੇਗਾ ਤੇ ਮੇਰਾ ਸਾਲ ਸੌਖਾ ਨਿਕਲ ਜਾਏਗਾ। ਪਰ ਕਹਿੰਦੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਪਿਤਾ ਜੀ ਜਦੋਂ ਬਸਤਰ ਦੇਣ ਲੱਗਦੇ ਨੇ, ਮਾਇਆ ਦੇਣ ਲੱਗਦੇ ਨੇ, ਉਹ ਹੱਥ ਪਿੱਛੇ ਕਰ ਲੈਂਦੇ ਵੀ ਮੈਨੂੰ ਨਹੀਂ ਚਾਹੀਦਾ ਇਹ ਕੁਝ, ਮੇਰੀ ਕੋਈ ਇੱਛਾ ਨਹੀਂ, ਮੈਨੂੰ ਲੋੜ ਨਹੀਂ। ਉਹ ਹੈਰਾਨ ਹੋ ਕੇ ਕਹਿਣ ਲੱਗੇ ਵੀ ਅੱਗੇ ਤਾਂ ਗੇੜੇ ਮਾਰਦੀ ਸੀ ਵੀ ਮੈਨੂੰ ਕੁਝ ਚਾਹੀਦਾ ਹੈ, ਅੱਜ ਲੈਣ ਦਾ ਵਕਤ ਆਇਆ ਹੈ, ਅੱਜ ਕਹਿੰਦੀ ਕਿ ਮੈਨੂੰ ਕੁਝ ਚਾਹੀਦਾ ਨਹੀਂ। ਉਹ ਦਾਈ ਕਹਿੰਦੀ ਪਤਾ ਨਹੀਂ ਕੀ ਹੋਇਆ, ਜਦੋਂ ਮੈਂ ਇਸ ਬਾਲਕ ਦੇ ਦੀਦਾਰ ਕੀਤੇ ਨੇ ਨਾ, ਦੀਦਾਰ ਕਰਨ ਤੋਂ ਬਾਅਦ ਮੇਰੀ ਕੋਈ ਇੱਛਾ ਨਹੀਂ ਰਹੀ। ਜਦੋਂ ਪਰਮੇਸ਼ਰ ਧਰਤੀ ਤੇ ਪ੍ਰਗਟ ਹੋਇਆ ਹੋਵੇ ਤੇ ਜਿਹਨੇ ਪਹਿਲੀ ਦਫਾ ਉਸ ਰੱਬ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ ਕੀਤੇ ਹੋਵਣ, ਉਹਦੇ ਅੰਦਰ ਕਦੇ ਭੁੱਖ ਰਹਿ ਸਕਦੀ ਹੈ ਕਿਸੇ ਤਰ੍ਹਾਂ ਦੀ? ਉਹ ਸਾਰੀਆਂ ਭੁੱਖਾਂ ਅੰਦਰੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਿਟਾ ਦਿੱਤੀਆਂ। ਉਹ ਪਿਤਾ ਜੀ ਦੇ ਘਰ ਦੇ ਵਿੱਚੋਂ ਕੋਈ ਵਸਤੂ ਨਹੀਂ ਲੈ ਕੇ ਗਏ। ਤੇ ਹਰਦਿਆਲ ਜੀ ਇੱਕ ਬਚਨ ਕਹਿ ਕੇ ਗਏ ਸਨ, ਤੁਹਾਡਾ ਨਾਮ ਰੋਸ਼ਨ ਕਰਨਗੇ। ਜਦੋਂ ਸਤਿਗੁਰੂ ਥੋੜੇ ਜਿਹੇ ਵੱਡੇ ਹੋਏ ਨਾ, ਤੇ ਘਰ ਦੀਆਂ ਵਸਤੂਆਂ ਜਾ ਕੇ ਵੀ ਗਰੀਬਾਂ ਦੇ ਘਰ ਵਿੱਚ ਸੁੱਟ ਦਿੰਦੇ ਨੇ। ਇੱਕ ਦਿਨ ਪਿਤਾ ਜੀ ਗੁੱਸੇ ਹੋ ਕੇ ਕਹਿਣ ਲੱਗੇ, ਹਰਦਿਆਲ ਜੀ ਚੰਗਾ ਨਾਮ ਰੋਸ਼ਨ ਹੋਣ ਲੱਗਾ, ਇੱਥੇ ਤਾਂ ਮੇਰਾ ਕਮਾਇਆ ਵੀ ਗਵਾਈ ਜਾਂਦਾ ਹੈ, ਮੇਰੇ ਘਰ ਦੀਆਂ ਵਸਤੂਆਂ ਵੀ ਜਾ ਕੇ ਦੂਜਿਆਂ ਦੇ ਘਰ ਵਿੱਚ ਜਾ ਕੇ ਸੁੱਟ ਆਉਂਦਾ। ਹੁਣ ਇੱਥੇ ਵੇਖੋ ਇੱਕ ਕੌਤਕ ਵਰਤਦਾ ਹੈ, ਬਚਪਨਾ ਹੈ, ਪਰ ਇਹ ਬਚਪਨਾ ਬੜਾ ਸਿਆਣਪ ਨਾਲ ਭਰਿਆ ਹੋਇਆ। ਮਸ਼ਕੀਨ ਜੀ ਇੱਕ ਬਚਨ ਕਹਿੰਦੇ ਸਨ ਕਿ ਕਈ ਵਾਰੀ ਬੰਦਾ ਨਾ ਬਜ਼ੁਰਗ ਹੋ ਜਾਂਦਾ ਜੀ, ਕਹਿੰਦੇ ਬਜ਼ੁਰਗ ਹੋਣ ਦੇ ਬਾਵਜੂਦ ਉਹਦੇ ਵਿੱਚ ਸਿਆਣਪ ਨਹੀਂ ਆਉਂਦੀ, ਉਹਦੇ ਵਿੱਚ ਬਚਪਨਾ ਹੁੰਦਾ। ਕਈਆਂ ਦੇ ਬਚਪਨੇ ਵਿੱਚ ਸਿਆਣਪ ਭਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਬਚਪਨ ਹੈ ਸਿਆਣਪ ਨਾਲ ਭਰਿਆ ਹੋਇਆ। ਬੱਚਿਆਂ ਨਾਲ ਖੇਡਦੇ ਨੇ, ਉਹਨਾਂ ਦੀ ਖੇਡ ਖੇਡ ਨਹੀਂ, ਉਹਨਾਂ ਦੀ ਖੇਡ ਬੰਦਗੀ ਹੈ। ਜਿਹੜੇ ਉਹ ਨਾਲ ਬੱਚੇ ਸਨ ਉਹ ਵੀ ਗੁਰੂ ਨਾਨਕ ਸਾਹਿਬ ਦੇ ਬੋਲ ਸੁਣਨ ਵਾਸਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਕੋਲ ਆ ਕੇ ਬਹਿੰਦੇ ਤੇ ਚਿਹਰੇ ਵੱਲ ਵੇਖਦੇ ਕਿ ਮਹਾਰਾਜ ਕੁਝ ਬੋਲਣ ਤੇ ਅਸੀਂ ਇਹਨਾਂ ਦੇ ਮੁਖ ਤੋਂ ਕੁਝ ਸੁਣੀਏ। ਫਿਰ ਉਹ ਲਿਖਦੇ ਕਿ ਉਹ ਜਿੰਨੇ ਬੱਚੇ ਸੰਗਤ ਕਰਦੇ ਸਨ ਮਹਾਰਾਜ ਦੀ, ਸਭ ਮੁਕਤ ਹੋ ਗਏ ਸਨ, ਸਭ ਤਰ ਗਏ ਸਨ, ਜਿਨ੍ਹਾਂ ਨੇ ਬਚਪਨ ਵਿੱਚ ਗੁਰੂ ਸਾਹਿਬ ਦੀ ਸੰਗਤ ਕੀਤੀ। ਕਈਆਂ ਨੇ ਤਾਂ ਬੰਦਗੀ ਨੂੰ ਖੇਡ ਬਣਾਇਆ ਹੋਇਆ ਨਾ। ਜਦੋਂ ਦੰਭੀ ਬਹਿੰਦੇ ਨੇ, ਭਗਤ ਜੀ ਆਪ ਕਹਿੰਦੇ, ਆਪ ਸਾਰੇ ਬਾਣੀ ਪੜ੍ਹਨ ਸੁਣਨ ਵਾਲੇ ਹੋ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਨਾ। ਇਹਨਾਂ ਨੇ ਰੱਬ ਨੂੰ ਖਿਡੌਣਾ ਸਮਝਿਆ ਹੋਇਆ, ਕਿਸੇ ਨੇ ਬੰਦਗੀ ਨੂੰ ਖਿਡੌਣਾ ਬਣਾਇਆ, ਖੇਡ ਬਣਾਇਆ ਹੋਇਆ। ਲੋਕ ਧਰਮ ਦੇ ਨਾਂ ਤੇ ਜਦੋਂ ਦੰਭ ਪਖੰਡ ਕਰਦੇ ਨੇ ਤਾਂ ਸੱਚ ਜਾਣਿਓ ਕਿ ਇਹ ਵਾਕਿਆ ਹੀ ਬੰਦਗੀ ਨੂੰ ਖੇਡ ਸਮਝਦੇ ਨੇ। ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਭਾਈ ਸਾਹਿਬ ਜੀ ਕਹਿੰਦੇ ਸ਼ੇਰ ਦੀ ਨਿਆਈ ਜਿਹੜੇ ਪਖੰਡ ਰੂਪੀ ਹਾਥੀ ਨੂੰ ਖਤਮ ਕਰਨ ਵਾਸਤੇ ਆਏ। ਗੁਰੂ ਨਾਨਕ ਸਾਹਿਬ ਜੀ ਦਾ ਬਚਪਨ, ਉਹਨਾਂ ਦੀ ਖੇਡ, ਉਹਨਾਂ ਦੀ ਬੰਦਗੀ ਸੀ, ਜਿਸ ਬੰਦਗੀ ਤੋਂ ਪ੍ਰੇਰਿਤ ਹੋ ਕੇ ਪਤਾ ਨਹੀਂ ਕਿਤਨੇ ਕੁ ਜੀਵ ਭਵ ਸਾਗਰ ਤੋਂ ਤਰ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ 7 ਕੁ ਬਰਖਾਂ ਦੇ ਹੋਏ। ਪਿਤਾ ਜੀ ਸੋਚਦੇ ਵੀ ਪੜ੍ਹਨ ਵਾਸਤੇ ਪਾਈਏ। ਇਹ ਇਤਿਹਾਸ ਤੁਸੀਂ ਸਾਰਿਆਂ ਨੇ ਸੁਣਿਆ, ਪਰ ਮੈਂ ਸਿਧਾਂਤਕ ਬੋਲ ਤੁਹਾਡੇ ਨਾਲ ਸਾਂਝੇ ਕਰਨੇ ਨੇ ਇਹਨਾਂ ਪ੍ਰਸੰਗਾਂ ਦੇ ਵਿੱਚੋਂ ਕਿ ਸਿਧਾਂਤ ਕੀ ਹੈ। ਇਤਿਹਾਸ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ, ਇਹ ਜਿਉਂਦਾ ਜਾਗਦਾ ਇਤਿਹਾਸ ਹੈ। ਇਹ ਕੋਈ ਸਾਖੀਆਂ ਨਹੀਂ ਵੀ ਇੱਕ ਸਮਾਂ ਲੰਘ ਗਿਆ ਵੀ ਗੁਰੂ ਨਾਨਕ ਸਾਹਿਬ ਹੋਏ ਸਨ। ਦੇਖੋ ਇਤਿਹਾਸ ਦੇ ਗ੍ਰੰਥ ਭਰੇ ਪਏ ਨੇ, ਬੜੇ ਬੜੇ ਰਾਜਿਆਂ ਦਾ ਇਤਿਹਾਸ ਲਿਖਿਆ ਗਿਆ, ਦੇਸ਼ਾਂ ਦਾ ਇਤਿਹਾਸ ਲਿਖਿਆ ਗਿਆ, ਬਾਦਸ਼ਾਹਾਂ ਦਾ ਇਤਿਹਾਸ ਲਿਖਿਆ ਗਿਆ, ਅਵਤਾਰੀ ਪੁਰਖਾਂ ਦਾ ਇਤਿਹਾਸ ਲਿਖਿਆ ਗਿਆ। ਮੈਂ ਕਹਿੰਦਾ ਇਤਿਹਾਸ ਮੁਰਦਾ ਤੇ ਨਹੀਂ ਹੁੰਦਾ, ਪਰ ਲਿਖਿਆ ਜਿਨ੍ਹਾਂ ਦਾ ਗਿਆ ਉਹ ਮੁਰਦੇ ਸਨ, ਜਿਨ੍ਹਾਂ ਦੀਆਂ ਗੱਲਾਂ ਲਿਖੀਆਂ ਗਈਆਂ ਉਹ ਮਰਦੇ ਸਨ। ਪਰ ਜੋ ਜਾਗਤ ਜੋਤ ਸੀ, ਜਦੋਂ ਉਹਦੀ ਗੱਲ ਲਿਖੀ ਗਈ ਹੈ, ਉਹ ਗੱਲ ਜਿਉਂਦੀ ਹੈ ਤੇ ਸਦਾ ਜਿਉਂਦੀ ਰਹੇਗੀ, ਔਰ ਲੋਕਾਂ ਨੂੰ ਉਹ ਜਗਾਉਂਦੀ ਵੀ ਰਹੇਗੀ। ਗੁਰੂ ਸਾਹਿਬ ਜੋ ਕਰਦੇ ਰਹੇ ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ। ਬੇਵਜ੍ਹਾ ਤੇ ਬੇਮਕਸਦ ਕੋਈ ਵੀ ਇਤਿਹਾਸ ਨਹੀਂ ਲਿਖਿਆ ਗਿਆ। 7 ਬਰਖਾਂ ਦੇ ਹੋਏ,
पिता जी सोचते ने पुत्र नूं पढ़ाउणा बड़ा जरूरी है। सियाणे कहंदे कि जिहड़ा पिता पुत्र नूं ना पढ़ावे तो वह दुश्मन हुंदा है। गुरु नानक साहब जी नूं पांधा जी दे कोल लै गए पढ़ाउण वास्ते। कुछ विद्वान लिखते ने जो जन्म साखी दे बोल ने ऊड़ा लिखिया। कहंदा जी पढ़ो। पांधा कहन लगा। गुरु नानक साहब जी कहंदे मैनू इहदा अर्थ दसो, इहदा अर्थ की है। गल बड़ी गजब दी है। पांधा कहंदा जी कि किसी भी चीज़ का अर्थ कढ़ण दे लई दो चार शब्दां दा जोड़ होना जरूरी है। दो चार अखर जुड़नगे, जोड़ होवेगा, कोई शब्द बनेगा, उस शब्द का अर्थ निकलेगा। और विस्मारता वाली गल है जी, सानू लगता गुरमुखी गुरु अंगद देव साहब जी महाराज ने चलाई, सतगुरां ने प्रचार किया गुरमुखी का, पर आ लिपि पुरानी बहुत है। जदों गुरु नानक साहब जी पढ़न बहिंदे ने तो फट्टी ते ऊड़ा लिखिया जाता है। पट्टी लिखी बाणी महाराज ने जिहड़ी उचारण की है, उहदे विच जिहड़े अखरां दी वरतों होई है, इथों पता लगता है कि ये जिहड़ी लिपि उदों भी मौजूद सी। हज़ारां बरख पुरानी ये लिपि है जी। गुरु नानक साहब जी महाराज कहते ऐसा तो नहीं भी कोई भी अखर होवे ते ओदा अर्थ कोई ना होवे। सतगुरु कहते पांधा जी संकेतक अर्थ तो हो सकता है ना। अजकल के समय दे विच आपां शॉर्ट वर्ड जिहड़े हैं वो यूज़ करते हैं। मैं उदाहरण के तौर पर कहना भी अमेरिका लोग USA कह देंदे ने, यूनाइटेड स्टेट ऑफ अमेरिका शॉर्ट विच कह दिता गया। इस तरह ही इंग्लैंड है लोग नूं UK कह देंदे ने, दुबईया नूं UAE कह देंदे ने। संकेतक अर्थ ने ना जी, उहदे विच अर्थ बड़े गहरे हुंदे ने। कई बार संकेतक जिहड़े अर्थ ने उन्हां विच अर्थ भाव उजागर हुंदे ने। गुरु नानक साहब जी महाराज कहते भी इहदा कोई संकेतक अर्थ तो होवेगा। पांधा कहता नहीं महाराज कोई संकेतक अर्थ की निकलेगा ऊड़े दा। महाराज कहते मैं दसदा आ कि इहदा अर्थ की निकलेगा। सतगुरु कहते ने ऊड़ा जिहदा मतलब है ओंकार जो प्रकाशक है सारियां दा, नाल एकांग पा के महाराज कहते रब इक्को ही है। भाई साहब भाई गुरदास साहब जी ने एक वचन लिखे अपनिया वारां विच, कहते जदों गुरु नानक साहब ने ऊड़ा लिखिया ते ऊड़े दे नाल गुरु नानक साहब ने एक लिख के बिठा दिता, एक लिख दिता कि रब एक है। महाराज जी कहते भी अखर भावें छोटा है, अर्थ संकेतक है, पर इहदे विच सारी सृष्टि आके समा जाती है, सारी कानायत आके समा जाती है। इत्थे तुहानूं मैं एक प्रसंग सरवण कराउणा। जदों गुरु नानक साहब जी बगदाद गए ना जी, बहलोल शाह उत्थों दा राजा भी सी ते पीर भी सी। गुरु नानक साहब जी महाराज उहदे पुत्तर नूं लैके गए, लखां पताल लखां आकाश भी विखाए। वो श्रद्धालु बनया जी, उन्हें सवाल किए गुरु साहब जी नूं, आखदा भी महाराज किरपा करके दसो कि रब तो पहला भी कुछ है या रब तो बाद भी कुछ है। गुरु नानक साहब जी कहते भाई मोती लिया, सोचन लगा भी लालच हुणे ही कर बैठे ने, मोती मंग लए ने भी अजे तो मेरे सवाल का जवाब नहीं दिता। खैर उन्हें मोती मंगाए। महाराज कहते मोती गिण, जदों मोती गिण लगा ना जी 1 2 3 4, सतगुरु कहते भी गिणती गलत करदा भाई। बहलोल शाह जिन्हों दस्तगीर कहते हैं, हथ फड़न वाला, इन्हें अपना तखलस पाया सी दस्तगीर। कहता जी गिणती च की गलती है, 2 3 4 ते अजे गिणे। महाराज कहते दोबारा शुरू कर। जदों दोबारा गिण लगा जी 1 2 3, सतगुरु कहते फिर गलती। खिज के कहता जी गलती होई किथे, 1 2 3 ते आखिया। महाराज कहते गलती ये ही है। कहता जी इस तरह करो, जिथे गलती करांगा ना उथे टोकियो, ये ना होवे भी मैं अगे लंघ जावां ते तुसीं कहो जी गलती कर दिती। कहता जी 1, सतगुरु कहते इत्थे तां गलती है। कहता जी 1 कहण च की गलती है। महाराज कहते गिणती 1 तो पहले शुरू कर। देखो समझाण दा तरीका बड़ा गजब दा सी गुरु नानक साहब का। गिणती 1 तो पहला शुरू कर। कहता जी 1 तो पहला कुछ नहीं,
सतगुरु कहते याद रखें भी रब तो पहला भी कुछ नहीं, वो बस इक्को ही है। सतगुरु कहते 1000 जीरोआं पा दे कोई कीमत नहीं ओदी। एक कहता तर्कवादी अजकल बड़े ने जी, कहता जी जे 1000 जीरोआं पा दीए तो ओदी कीमत कोई नहीं, मन लिया। जे कला एका पा दीए तो ओदे नाल जे 2 जीरोआं पावांगे तो 100, 3 पावांगे तो 1000, तो जे एके नाल जीरोआं ना पावांगे तो उन्हें तक एक ही रहना है ना। तर्क करने वाले बड़े ने, बड़े शातर दिमाग दे होंदे ने, वो रहना तो फिर भी एक है ना। मैं जे घट्टो घट एके नाल जीरो ना पाओगे एक ते रहेगा ना, जीरो ना भी पाओगे एक ते रहना ही है। पर जे जीरोआं नाल एका ना पाओगे तो जीरोआं की की कीमत है दसो? जीरो की तो कीमत कोई नहीं ना पैनी। एके नाल ना भी जीरोआं पाओ तो भी काम चल जाना भी घट्टो घट एक तो है ना, उसकी अपनी कोई कीमत तो है ना, अपना कोई वजूद तो है। गुरु नानक साहब जी महाराज दस्तगीर नूं कहंदे ने याद रखी रब तो पहला भी कुछ नहीं ते रब तो बाद भी कुछ नहीं। जदों गल शुरू होएगी तो केवल एक तो गल शुरू होएगी। तो गुरु नानक साहब जी पांधे नूं कहंदे ने पांधा जी रब इक्को ही है। सतगुरु कहते हर अखर का कोई मायना होंदा है। उथे मेरे पातशाह जी पट्टी लिखी बाणी उचारते ने, आपां उस बाणी के दर्शन करते हाँ। तो पांधा जी गुरु नानक साहब की बांह पकड़ते ने, आके पिता जी नूं कहंदे इन्हां कोलों कुछ तुसीं पढ़ लिओ, इन्हां कोलों कुछ सिख लिओ, क्योंकि ये पढ़े पढ़ाए इस दुनिया ते आए ने। भगवान रामचंद्र जी विद्या पढ़न गए तो 64 दिनों च विद्या पढ़ी उन्होंने। गुरु नानक साहब जी इक्को दिन गए, वो भी कुछ पल उथे बैठे पढ़न गए सन पर पढ़ा के आए। गुरु नानक साहब जी महाराज पांधे नूं भी समझाउंदे ने। ते साडे वास्ते सिक्ख्या ग्रहण करनी अति जरूरी है। ये ना सोचिए भी पांधा पढ़ाया गुरु नानक साहब ने, असी भी उन्होंने विद्यार्थी हाँ, गुरु नानक साहब के सिख हाँ, क्योंकि सिख नूं ही विद्यार्थी कहते हैं। असी भी सीखना है कि जिस एक दी महिमा गुरु ग्रंथ साहब जी के पहले अंग उपर पहले अखर विच कर दी ना, भी एक ओंकार, उन्होंने सतगुरु जी कहते हैं एको है भाई एको है साहिब मेरा, एको है। एक नूं जपना है, एक दी आराधना करनी है, एक तो बिना किसी होर दूजे नूं मनना नहीं, एक तो बिना किसी होर दूजे नूं जपना नहीं। साहब नाल कहंदे दूजा काहे सिमरिया जमै तै मर जाए, एको सिमरो नानका जो जल थल रहया समाए। उन्होंने कदे ना सिमरियो। सतगुरु कहंदे जो जमदा और जो मरदा है एक दी आराधना करो, एक नूं जपो जो सारियां विच व्यापक है, जो जरे जरे विच वसिया होया है। धन गुरु नानक साहब सच्चे पातशाह महाराज पांधे नूं उपदेश देंदे ने, काजियां नूं उपदेश की दात बख्शदे ने। ते पिता जी ने वेख्या भी इन्हां ने विद्या नहीं पढ़ी, तो इस तरह करिए भी व्यापार वाले पासे लाइए। तो महाराज नूं 20 रुपये दिते तो गुरु साहब जी लंगर लाए। अज उस लंगर की बरकत सारे संसार विच है, वो बरकत। पर यह बरकत आउंदी कित्थों है? ये बरकत बंदगी दी हुंदी है, ये बरकत पैसे दी नहीं। पैसा तो घटदा ही है, पैसा नहीं कदे वधिया करदा, पैसा घटना ही घटना है। पर वधदा की है? बंदगी दी बरकत वधदी है। जिथे बंदगी होंदी है उथे कदे घाटा नहीं पैंदा। इस करके महाराज जी कहते बहुत खजाना 3 पै मेरी जिंदड़ीए। जेड़े बंदगी करते ने उन्हां कोल नाम धन का इतना भारी खजाना हुंदा है, वो खांदे ने, खर्चते ने, आप जपते ने, दूजियां नूं जपाउंदे ने। ते सतगुरु कहते कदे तोटा नहीं आउंदी। धन विच तोटा आवेगी, अनाज विच तोटा आवेगी, पर बंदगी विच नहीं आवेगी। ये बचन हमेशा याद रखिए। तो जिथे बंदगी होवेगी उथे अनाज विच घाटा भी नहीं पएगा, उथे धन विच भी घाटा नहीं पएगा। महाराजा रणजीत सिंह दे समय एक निहंग सिंह होए ने, लाहौर तो बाहर रहिंदे सन जी। महाराजा ने बुलाया तो गए नहीं, कहते लोड़ हैगी तो आपे आ जाओ, बेपरवाह सन। महाराजा रणजीत सिंह दर्शन करन गए, अगे भी जाते होंदे सन, अज गए तो फौजां नाल उन्हां दे। बरकत की बेनती करन लगा भी बरकत कित्थों आउंदी है।
ਜਦੋਂ ਗਏ ਤੇ ਦੁਪਹਿਰ ਦਾ ਸਮਾਂ ਤੇ ਲੰਗਰ ਤਿਆਰ ਕੀਤਾ ਸੀ। ਉਹਨਾਂ ਨਾਲ ਇੱਕ ਸਿੰਘ ਸੀ, 5 ਪ੍ਰਸ਼ਾਦੇ ਤੇ ਇੱਕ ਸਰਬਲੋਹ ਦਾ ਗੜਵਾ ਦਾਲ ਦਾ ਭਰਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਆਏ ਤੇ ਕਹਿੰਦੇ ਆਓ ਲੰਗਰ ਛਕੋ, ਫੌਜਾਂ ਨੂੰ ਵੀ ਨਾਲ ਲੰਗਰ ਛਕਾ ਲਓ। ਗੁਰਸਿੱਖਾਂ ਦਾ ਸੁਭਾਅ ਹੈ ਵੀ ਲੰਗਰ ਤਿਆਰ ਹੋਵੇ ਤੇ ਇਹ ਹੁੰਦਾ ਜਦੋਂ ਕੋਈ ਆ ਜਾਏ ਤੇ ਚਲੋ ਦੂਜੇ ਨੂੰ ਛਕਾ ਦੇਈਏ, ਭਾਵੇਂ ਥੋੜਾ ਹੀ ਹੋਵੇ ਜੀ, ਸਵਾਇਆ ਹੀ ਹੋਵੇ ਵੀ ਚਲੋ ਉਹਦੇ ਵਿੱਚੋਂ ਵੀ ਵੰਡ ਲੈਣਾ, ਵੀ ਦੂਜਾ ਵੀ ਥੋੜਾ ਜਿਹਾ ਛਕ ਲਵੇ। ਕਹਿੰਦੇ ਜੀ ਲੰਗਰ ਛਕ ਲਓ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜੀ ਨਹੀਂ ਜੀ ਤੁਸੀਂ ਛਕੋ, ਸਾਡੇ ਨਾਲ ਫੌਜਾਂ ਬੜੀਆਂ ਨੇ। ਕਹਿੰਦੇ ਜੀ ਉਹਨਾਂ ਨੂੰ ਵੀ ਛਕਾ ਦਿੰਦੇ ਆਪਾਂ, ਨਾਲ ਉਹਨਾਂ ਨੂੰ ਵੀ ਛਕਾ ਦਿੰਦੇ ਆ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਇੱਕ ਗੜਵਾ, ਥੋੜੇ ਜਿਹੇ ਪ੍ਰਸ਼ਾਦੇ, ਇੰਨੀ ਫੌਜ, ਕਹਿੰਦੇ ਤੁਸੀਂ ਬਿਠਾਓ ਤਾਂ ਸਹੀ ਜਰਾ। ਜਦੋਂ ਪੰਗਤਾਂ ਲੱਗ ਗਈਆਂ, ਕਹਿੰਦੇ ਗੜਵੇ ਤੇ ਪਾਇਆ ਬਸਤਰ, 5 ਪ੍ਰਸ਼ਾਦਿਆਂ ਤੇ ਬਸਤਰ ਪਾ ਕੇ ਅਰਦਾਸਾ ਸੋਧਿਆ ਮਹਾਰਾਜ ਦੇ ਚਰਨਾਂ ਦੇ ਵਿੱਚ। ਕਿਰਪਾ ਕਰੋ ਮਹਾਰਾਜ, ਤੁਹਾਡੇ ਲੰਗਰ ਨੇ ਟੁੱਟ ਵਰਤਣ, ਸੱਚ ਜਾਣਿਓ ਗੁਰਮੁਖੋ, ਹੋ ਸਕਦਾ ਕੋਈ ਤਰਕਵਾਦੀ ਤਰਕ ਕਰ ਦੇਵੇ। ਇੱਕ ਗੜਵਾ ਦਾਲ ਦਾ ਉਹਨਾਂ ਦੀ ਫੌਜ ਵਿੱਚ ਵਰਤ ਗਿਆ, 5 ਪ੍ਰਸ਼ਾਦੇ ਵਰਤ ਗਏ ਸਾਰੀ ਫੌਜ ਵਿੱਚ। ਤੇ ਜਦੋਂ ਕਹਿੰਦੇ ਬਾਅਦ ਵਿੱਚ ਆ ਕੇ ਬਸਤਰ ਲਾਇਆ ਨਾ ਜੀ, ਜਿਸ ਗੜਵੇ ਚੋਂ ਦਾਲ ਕੱਢਦੇ ਸਨ, ਤੇ ਜਦੋਂ ਮਹਾਂਪੁਰਖਾਂ ਨੇ ਕਿਹਾ ਸ਼ੇਰੇ ਪੰਜਾਬ ਨੂੰ ਵੀ ਤੁਸੀਂ ਲੰਗਰ ਛਕ ਲਓ, ਕਹਿੰਦੇ ਉਹ ਇੱਕ ਗੜਵਾ ਦਾਲ ਦਾ ਉਸੇ ਤਰ੍ਹਾਂ ਹੀ ਭਰਿਆ ਹੋਇਆ ਤੇ 5 ਪ੍ਰਸ਼ਾਦੇ ਉਸੇ ਤਰ੍ਹਾਂ ਦੇ ਭਰੇ, 5 ਦੇ 5 ਪ੍ਰਸ਼ਾਦੇ। ਜਿੱਥੇ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੋਵੇ, ਬੰਦਗੀ ਹੋਵੇ, ਉੱਥੇ ਘਾਟਾ ਨਹੀਂ ਪੈਂਦਾ। ਬਚਨ ਜਿਹੜਾ ਆਪਾਂ ਪੜ੍ਹਦੇ ਹਾਂ ਜੀ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਿੰਨੇ ਵੀ ਖਜ਼ਾਨੇ ਨੇ, ਰਿੱਧੀਆਂ ਸਿੱਧੀਆਂ ਜਿਹੜੀਆਂ ਰਿੱਧੀਆਂ ਆਉਂਦੀਆਂ ਨੇ, ਇਹਨਾਂ ਵਿੱਚ ਇਹੀ ਹੁੰਦਾ, ਧਨ ਆ ਗਿਆ, ਅਨਾਜ ਆ ਗਿਆ, ਦੌਲਤ ਆ ਗਈ, ਇੱਦਾਂ ਦੀਆਂ ਵਸਤੂਆਂ। ਸਿੱਧੀਆਂ ਵਿੱਚ ਕਰਾਮਾਤਾਂ ਹੁੰਦੀਆਂ ਨੇ। ਇਹ ਰਿੱਧੀਆਂ ਸਿੱਧੀਆਂ, ਇਹ ਨਿਧੀਆਂ ਜਿਹੜੀਆਂ ਨੇ, ਇਹ ਤਾਂ ਭਗਤਾਂ ਦੇ ਹੱਥ ਦੇ ਵਿੱਚ ਨੇ। ਭਗਤ ਰਵਿਦਾਸ ਸਾਹਿਬ ਜੀ ਬੜਾ ਪਿਆਰਾ ਬਚਨ ਉਚਾਰਦੇ ਨੇ, ਦਾਰਦ ਦੇਖ ਸਭ ਕੋ ਹਸਾਏ ਐਸੀ ਦਸ਼ਾ ਹਮਾਰੀ। ਮੈਂ ਗਰੀਬ ਹਾਂ, ਲੋਕ ਵੇਖ ਕੇ ਮੈਨੂੰ ਹੱਸਦੇ ਨੇ, ਮੇਰੀ ਕਿੱਦਾਂ ਦੀ ਦਸ਼ਾ ਹੈ। ਪਰ ਕਹਿੰਦੇ ਵਾਹਿਗੁਰੂ ਤੇਰੀ ਕਿਰਪਾ ਹੈ, 18 ਸਿੱਧੀਆਂ 9 ਨਿਧੀਆਂ ਮੇਰੀ ਹੱਥ ਦੀ ਤਲੀ ਉੱਪਰ ਪਈਆਂ ਨੇ। ਇਹ ਤੇਰੀ ਕਿਰਪਾ ਹੈ ਵੀ ਇੰਨਾ ਖਜ਼ਾਨਾ ਤੂੰ ਮੈਨੂੰ ਬਖਸ਼ਿਸ਼ ਕੀਤਾ। ਤੇ ਜਿਨ੍ਹਾਂ ਕੋਲ ਇੰਨਾ ਖਜ਼ਾਨਾ ਹੋਵੇ ਖਾਲਸਾ ਜੀ, ਉਹਨਾਂ ਨੂੰ ਘਾਟਾ ਕਾਹਦਾ ਪਏਗਾ? ਘਾਟਾ ਆ ਅੰਦਰ ਹੁੰਦਾ ਹੈ, ਕਿਉਂਕਿ ਦਿਲ ਖਾਲੀ ਹੁੰਦਾ ਸਾਡਾ। ਜਿਨ੍ਹਾਂ ਦਾ ਹਿਰਦਾ ਭਰੋਸੇ ਨਾਲ, ਪਿਆਰ ਨਾਲ, ਗੁਰੂ ਦੇ ਸਤਿਕਾਰ ਨਾਲ ਭਰਿਆ ਹੋਇਆ ਹੈ, ਉਹਨਾਂ ਨੂੰ ਕਮੀ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਜੀ ਇਹ ਦਰਸਾਉਂਦੇ ਨੇ ਕਿ 20 ਰੁਪਏ ਨਾਲ ਵੀ ਲੰਗਰ ਲਾਇਆ ਜਾ ਸਕਦਾ, ਜਦੋਂ ਤੁਹਾਡੇ ਹਿਰਦੇ ਵਿੱਚ ਭਾਵਨਾ ਹੈ ਕਿ ਵੰਡ ਕੇ ਛਕਣਾ ਆ। ਸਿੱਧਾ ਨੇ ਤਿਲ ਦਿੱਤਾ ਸੀ ਨਾ ਜੀ, ਤਿਲ ਵਰਤਾ ਦਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧੋ ਇੱਕ ਤਿਲ ਵੀ ਵੰਡਿਆ ਜਾ ਸਕਦਾ, ਬਸ ਵੰਡਣ ਦੀ ਭਾਵਨਾ ਹੋਣੀ ਚਾਹੀਦੀ ਤੁਹਾਡੇ ਅੰਦਰ। ਜੇ ਤੁਹਾਡੇ ਅੰਦਰ ਵੰਡਣ ਦੀ ਭਾਵਨਾ ਨਹੀਂ ਤੇ ਤੁਹਾਡੇ ਕੋਲ ਜਿਤਨਾ ਮਰਜ਼ੀ ਧਨ ਹੋਵੇ, ਤੁਸੀਂ ਵੰਡ ਨਹੀਂ ਸਕਦੇ। ਪਰ ਜੇ ਵੰਡਣ ਦੀ ਭਾਵਨਾ ਹੈ ਤੇ ਇੱਕ ਤਿਲ ਵੀ ਵੰਡਿਆ ਜਾ ਸਕਦਾ। ਸਤਿਗੁਰਾਂ ਦੀ ਬਾਣੀ ਕੀ ਕਹਿੰਦੀ? ਅਣਹੋਂਦਾ ਆਪ ਵੰਡਾਏ। ਅਣਹੋਂਦਾ ਦਾ ਭਾਵ ਹੈ ਵੀ ਨਹੀਂ, ਪਰ ਫਿਰ ਵੀ ਵੰਡ ਰਹੇ ਹੈ ਤੇ ਕੋਲ ਨਹੀਂ ਕੁਝ, ਫਿਰ ਵੀ ਵੰਡ ਰਿਹਾ। ਕਿਉਂ? ਵੰਡਣ ਦੀ ਬਿਰਤੀ ਹੈ। ਗੁਰੂ ਰਾਮਦਾਸ ਮਹਾਰਾਜ ਘੁੰਗਣੀਆਂ ਵੇਚਦੇ, ਸਾਧੂ ਆਇਆ, ਇੱਕ ਮੁੱਠੀ ਦਿੱਤੀ, 2 ਦਿੱਤੀਆਂ, ਕਹਿੰਦਾ ਨਹੀਂ ਜੀ, ਕਹਿੰਦੇ ਜੀ ਚੰਗੇਰੀ ਉਲਟਾ ਦਿੱਤੀ, ਝੋਲੀ ਵਿੱਚ ਸਾਰਾ ਕੁਝ ਲੈ ਜਾਓ। ਘਰ ਵਿੱਚ ਆਏ, ਨਾਨੀ ਕਹਿੰਦੀ ਜੀ ਕੀ ਵਟਿਆ? ਕਹਿੰਦੇ ਜੀ ਕੁਝ ਨਹੀਂ, ਇੱਕ ਸਾਧੂ ਆਇਆ ਸੀ, ਉਹਨੂੰ ਸਾਰਾ ਕੁਝ ਦੇ ਦਿੱਤਾ। ਤੇ ਉੱਥੇ ਨਾਨੀ ਕਹਿੰਦੀ ਕਿ ਜੇ ਮੇਰੇ ਦੋਤੇ ਨੂੰ ਵੰਡਣ ਦੀ ਭਾਵਨਾ ਦਿੱਤੀ, ਤੈਨੂੰ ਵੰਡਣ ਵਾਸਤੇ ਵੀ ਕੁਝ ਦੇ। ਵੇਖੋ ਸਮਾਂ ਆਇਆ, ਉਸ ਸਮੇਂ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਇੱਕ ਬਚਨ ਕਿਹਾ ਸੀ ਮਾਤਾ ਮਨਸਾ ਦੇਵੀ ਨੂੰ, ਤੁਸੀਂ ਕਿਹਾ ਨਾ ਵੀ ਜਿਨ੍ਹਾਂ ਕੋਲ ਘਰ ਨਹੀਂ, ਕਹਿੰਦੇ ਸਮਾਂ ਆਏਗਾ ਇਹਦੇ ਘਰ ਦੇ ਵਿੱਚ ਆ ਕੇ ਦੁਨੀਆ ਰਿਹਾ ਕਰੇਗੀ। ਅੱਜ ਸੰਸਾਰ ਦੇ ਲੋਕ ਜਾਂਦੇ ਨਾ ਜੀ, ਅਣਹੋਂਦਾ ਆਪ ਵੰਡਾਏ। ਜਿਹਦੀ ਵੰਡਣ ਦੀ ਬਿਰਤੀ ਹੈ, ਉਹ ਇੱਕ ਤਿਲ ਵੰਡ ਸਕਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਘੋਟ ਇਹ ਤਿਲ ਤੇ ਵਰਤਾ ਸਾਰੇ ਸਿੱਧਾਂ ਵਿੱਚ, ਵਰਤਾ ਦਿੱਤਾ ਨਾ। ਇਹ ਸਾਡਾ ਸਿਧਾਂਤ ਹੈ, ਥੋੜਾ ਹੋਵੇ ਉਹ ਵੀ ਵੰਡਿਆ ਜਾ ਸਕਦਾ, ਉਹਦੇ ਵਿੱਚ ਵੀ ਬਰਕਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਮੱਝਾਂ ਚਾਰਨ ਗਏ ਨਾ ਜੀ, ਪਿਤਾ ਨੇ ਵੇਖਿਆ ਵੀ ਮੱਝਾਂ ਨਹੀਂ ਚਾਰਨੀਆਂ, ਇਹਨਾਂ ਨੇ ਵਪਾਰ ਨਹੀਂ ਕਰਨਾ ਤੇ ਮੱਝਾਂ ਚਾਰਨ ਲਾ ਦਿਓ। ਮੱਝਾਂ ਚਾਰਨ ਵਾਸਤੇ ਜਦੋਂ ਗਏ ਜੀ, ਇੱਕ ਜ਼ਿਮੀਂਦਾਰ ਦੀ ਫਸਲ ਉੱਜੜ ਗਈ। ਉਹਨੇ ਸ਼ਿਕਾਇਤ ਕੀਤੀ ਰਾਏ ਬੁਲਾਰ ਕੋਲ। ਪਿਤਾ ਜੀ ਬੜੇ ਗੁੱਸੇ ਹੋਏ।
ਰਾਏ ਬੁਲਾਰ ਗੁਰੂ ਨਾਨਕ ਸਾਹਿਬ ਨਾਲ ਬਹੁਤ ਪ੍ਰੇਮ ਕਰਦੇ ਸਨ, ਜਿਨ੍ਹਾਂ ਨੇ ਆਪਣੀ 750 ਮੁਰੱਬੇ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਲਾ ਦਿੱਤੀ। ਅੱਧੀ ਜ਼ਮੀਨ ਗੁਰੂ ਸਾਹਿਬ ਦੇ ਨਾਂ ਲਾ ਗਏ ਰਾਏ ਬੁਲਾਰ। ਅੱਜ ਵੀ ਬੋਲਦੀ ਹੈ ਜੀ, ਉਹਨਾਂ ਨੇ ਕੇਸ ਵੀ ਕੀਤੀ ਰੱਖਿਆ ਹੈ। ਅਖੀਰ 'ਚ ਫੈਸਲਾ ਇਹ ਹੋਇਆ ਵੀ ਇਹ ਜ਼ਮੀਨ ਗੁਰੂ ਬਾਬਾ ਜੀ ਦੀ ਹੈ। ਸਾਧ ਸੰਗਤ ਜੀ, ਖੇਤ ਉਜੜਿਆ, ਜ਼ਿਮੀਂਦਾਰ ਨੇ ਸ਼ਿਕਾਇਤ ਕੀਤੀ, ਪਿਤਾ ਜੀ ਗੁੱਸੇ ਨਾਲ ਭਰੇ ਪੀਤੇ ਵੀ ਤੂੰ ਉਜਾੜਾ ਹੀ ਕਰਦਾ ਰਹਿਣਾ। ਲੈ ਕੇ ਆਏ, ਰਾਏ ਬੁਲਾਰ ਸਾਹਮਣੇ ਖੜੇ ਨੇ, ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਤੇ ਜ਼ਿਮੀਂਦਾਰ ਵੀ। ਕਹਿੰਦੇ ਜੀ ਇੱਕ ਵਾਰੀ ਜਾ ਕੇ ਮਾੜਾ ਜਿਹਾ ਖੇਤ ਤਾਂ ਵੇਖ ਲਓ, ਵਾਕਿਆ ਉਜੜਿਆ ਕਿ ਨਹੀਂ ਉਜੜਿਆ। ਗੁਰੂ ਸਾਹਿਬ ਕਹਿੰਦੇ ਖੇਤ ਤੇ ਉਜੜਿਆ ਨਹੀਂ, ਬਚਨ ਕਰ ਦਿੱਤਾ। ਜਦੋਂ ਗਏ ਤੇ ਖੇਤ ਹਰਾ ਭਰਾ। ਪਿਤਾ ਜੀ ਬੜੇ ਗੁੱਸੇ ਦੇ ਨਾਲ ਭਰੇ ਹੋਏ ਸਨ ਤੇ ਰਾਏ ਬੁਲਾਰ ਜੀ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਕਲਿਆਣ ਦਾਸ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਕੁਝ ਨਹੀਂ ਕਹਿਣਾ, ਕਿਉਂਕਿ ਮੇਰੀ ਇਹ ਨਗਰੀ ਤਲਵੰਡੀ ਇਹਨਾਂ ਦੀ ਕਿਰਪਾ ਨਾਲ ਵਸਦੀ ਹੈ। ਜਿੰਨਾ ਤੁਹਾਡਾ ਨੁਕਸਾਨ ਹੋਵੇ ਨਾ, ਮੈਂ ਭਰਪਾਈ ਕਰ ਦਿਆਂਗਾ। ਦੂਜਾ ਬਚਨ ਕਿਹਾ, ਮੇਰਾ ਚਿੱਤ ਕਰਦਾ ਮੈਂ ਇਹਨਾਂ ਨੂੰ ਆਪਣੇ ਘਰ ਵਿੱਚ ਰੱਖ ਲਵਾਂ, ਪਰ ਕੱਲ ਨੂੰ ਲੋਕ ਕੀ ਕਹਿਣਗੇ, ਦੁਨੀਆ ਕੀ ਕਹੇਗੀ। ਤੁਹਾਨੂੰ ਤਾਂ ਕੇਵਲ 20 ਰੁਪਏ ਦੱਸਦੇ ਨੇ, ਇਹ ਨੁਕਸਾਨ ਕਰਕੇ ਆਇਆ, ਇਹ ਲੋਕਾਂ ਦੇ ਖੇਤਾਂ ਦਾ ਨੁਕਸਾਨ ਕਰਦਾ, ਇਹ ਪੜ੍ਹਦਾ ਨਹੀਂ। ਤੁਹਾਨੂੰ ਇਸ ਗੱਲ ਦਾ ਗਿਲਾ ਹੈ, ਪਰ ਮੈਨੂੰ ਤਾਂ ਕੁੱਲ ਜਹਾਨ ਦੀ ਦੌਲਤ ਇਹਨਾਂ ਦੇ ਹੱਥਾਂ ਦੇ ਵਿੱਚੋਂ ਵਹਿੰਦੀ ਇਉਂ ਨਜ਼ਰ ਆਉਂਦੀ ਜਿਵੇਂ ਦਰਿਆ ਦੌਲਤ ਦੇ ਵਹਿੰਦੇ ਹੋਵਣ। ਮੈਨੂੰ ਉਹ ਦੌਲਤ ਇਹਨਾਂ ਦੇ ਹੱਥਾਂ ਵਿੱਚੋਂ ਇਉਂ ਨਜ਼ਰ ਆਉਂਦੀ ਹੈ। ਵੇਖੋ ਭਾਵਨਾ ਵਾਲਿਆਂ ਨੇ ਕਿਹੋ ਜੀ ਭਾਵਨਾ ਗੁਰੂ ਨਾਨਕ ਸਾਹਿਬ ਜੀ ਉੱਪਰ ਰੱਖੀ। ਇਰਾਨ ਵਿੱਚ ਤਾਂ ਦਰਵਾਜ਼ਾ ਹੀ ਬਣਾ ਦਿੱਤਾ ਜੀ, ਉੱਥੋਂ ਦੇ ਲੋਕਾਂ ਨੇ ਦੌਲਤ ਦਰਵਾਜ਼ਾ ਕਿਉਂ ਬਣਾਇਆ? ਕਹਿੰਦੇ ਜੀ ਜਿਹੜਾ ਇੱਥੋਂ ਨਿਕਲਦਾ ਜੀ ਨਾ, ਉਹ ਬਾਦਸ਼ਾਹ ਬਣ ਜਾਂਦਾ ਹੈ, ਉਹ ਬਾਦਸ਼ਾਹ ਬਣਦਾ। ਔਰ ਵੇਖੋ ਗੁਰੂ ਨਾਨਕ ਸਾਹਿਬ ਜੀ ਉਦਾਸੀ ਤੇ ਗਏ, ਕੱਪੜਾ ਨਾਲ ਨਹੀਂ, ਪੈਸਾ ਨਾਲ ਨਹੀਂ, ਔਰ ਛਕਣ ਲਈ ਭੋਜਨ ਨਾਲ ਨਹੀਂ, ਤਿੰਨੇ ਚੀਜ਼ਾਂ ਕੋਲ ਨਹੀਂ ਗੁਰੂ ਨਾਨਕ ਸਾਹਿਬ ਦੇ। ਜਦੋਂ ਉਦਾਸੀ ਕਰਦੇ ਨੇ, ਕਰੀਬਨ 85,000 ਮੀਲ ਦੀ ਉਦਾਸੀ ਗੁਰੂ ਨਾਨਕ ਸਾਹਿਬ ਦੀ ਲਿਖੀ ਗਈ ਹੈ, ਪੈਦਲ ਤੁਰ ਕੇ। ਤਿੰਨੇ ਚੀਜ਼ਾਂ ਨਾਲ ਨਹੀਂ ਗੁਰੂ ਨਾਨਕ ਸਾਹਿਬ ਦੇ, ਨਾ ਪੈਸਾ ਰੱਖਿਆ, ਨਾ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਭੋਜਨ ਰੱਖਿਆ, ਨਾ ਸਤਿਗੁਰਾਂ ਨੇ ਆਪਣੇ ਨਾਲ ਬਸਤਰ ਰੱਖੇ ਨੇ। ਪਰ ਇੰਨੀ ਲੰਬੀ ਉਦਾਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੀ। ਤੇ ਕੈਪਟਨ ਮਰੀ ਭਾਈ ਰਤਨ ਸਿੰਘ ਭੰਗੂ ਨੂੰ ਕਹਿਣ ਲੱਗਾ, ਆਖਦਾ ਕਿ ਤੁਹਾਨੂੰ ਸਿੰਘਾਂ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਹੈ, ਕਿੱਥੋਂ ਮਿਲੀ ਪਾਤਸ਼ਾਹੀ ਇਹ? ਭਾਈ ਰਤਨ ਸਿੰਘ ਭੰਗੂ ਕਹਿੰਦੇ ਸਤਿਗੁਰ ਸੱਚਾ ਦਈ, ਇਹ ਪਾਤਸ਼ਾਹੀ ਸਾਨੂੰ ਸੱਚੇ ਸਤਿਗੁਰਾਂ ਨੇ ਦਿੱਤੀ। ਕੌਣ ਹੈ ਜੀ? ਕਹਿੰਦੇ ਗੁਰੂ ਨਾਨਕ ਸਾਹਿਬ। ਕੈਪਟਨ ਮਰੀ ਆਖਣ ਲੱਗਾ, ਤੇ ਮੈਂ ਤਾਂ ਸੁਣਿਆ ਸੀ ਉਹ ਫਕੀਰ ਹੋਇਆ, ਮੈਂ ਤਾਂ ਇਹ ਸੁਣਿਆ ਸੀ। ਕਹਿੰਦੇ ਤੁਸੀਂ ਸੁਣਿਆ ਸੀ ਕਿ ਉਹ ਫਕੀਰ ਹੋਇਆ, ਪਰ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ ਸੀ, ਜਿਹਨੇ ਇਹ ਜਿਹੜੀ ਦਾਤ ਪਾਤਸ਼ਾਹੀ ਸਾਨੂੰ ਬਖਸ਼ਿਸ਼ ਕੀਤੀ। ਆਪ ਭਾਵੇਂ ਫਕੀਰੀ ਦੇ ਲਿਬਾਸ ਵਿੱਚ ਰਹੇ, ਪਰ ਇਹ ਦਾਤਾਂ ਵੰਡੀਆਂ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਇਹ ਤੁਸੀਂ ਸੁਣਿਆ ਵੀ ਉਹ ਫਕੀਰ ਹੋਏ ਨੇ। ਫਕੀਰ ਦਾ ਮਤਲਬ ਇਹ ਨਹੀਂ, ਫਕੀਰ ਵੈਸੇ ਕਹਿੰਦੇ ਕੰਗਾਲ ਨੂੰ ਨੇ ਜੀ, ਫਕੀਰ ਸ਼ਬਦ ਕੰਗਾਲ ਲਈ ਵਰਤਿਆ ਜਾਂਦਾ ਹੈ। ਆਮ ਕਰਕੇ ਫਕੀਰਾਂ ਕੋਲ ਕੁਝ ਨਹੀਂ ਨਾ ਹੁੰਦਾ ਤੇ ਤਾਂ ਉਹਨੂੰ ਫਕੀਰ ਕਹਿੰਦੇ, ਵੀ ਕੰਗਾਲ ਕਹਿੰਦੇ ਆ, ਚੰਗਾ ਨਹੀਂ ਲੱਗਦਾ ਫਕੀਰ ਕਹਿ ਦਿਓ। ਸਤਿਗੁਰਾਂ ਦੀ ਬਾਣੀ ਕਹਿੰਦੀ ਨਾ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ੍ਹਾਂ ਕੋਲ ਦੁਨੀਆ ਦਾ ਧਨ ਹੈ ਉਹਨਾਂ ਦਾ ਨਾਮ ਫਕੀਰ, ਭਾਵ ਉਹ ਕੰਗਾਲ ਨੇ। ਅਸਲੀ ਧਨਵਾਨ ਤਾਂ ਉਹ ਨੇ ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਤਸ਼ਾਹੀਆਂ ਆਪਣੇ ਪੰਥ ਨੂੰ ਬਖਸ਼ਿਸ਼ ਕੀਤੀਆਂ ਨੇ। ਇੱਕ ਦਿਨ ਆਰਾਮ ਕਰਦੇ ਨੇ ਮੇਰੇ ਪਾਤਸ਼ਾਹ ਜੀ, ਤੇ ਦਰਖਤ ਦੀ ਛਾਇਆ ਸੁਭਾਵਕ ਹੈ ਵੀ ਜਿਉਂ-ਜਿਉਂ ਸਮਾਂ ਲੰਘਦਾ ਉਹ ਢਲਦੀ ਰਹਿੰਦੀ ਹੈ। ਜਿਉਂ ਬਿਰਖ ਹੈ, ਜੋ ਟਿਕੈ ਨਾ ਬਿਰਖ ਕੀ ਛਾਂ, ਬਿਰਖ ਦੀ ਛਾਂ ਕਦੇ ਟਿਕਦੀ ਨਹੀਂ ਹੁੰਦੀ। ਪਰ ਜਿੱਥੇ ਆਰਾਮ ਕਰਦੇ ਨੇ ਨਾ ਮੇਰੇ ਪਾਤਸ਼ਾਹ, ਉਹ ਦਰਖਤ ਦੀ ਛਾਇਆ ਇਨ ਬਿਨ ਉਸੇ ਤਰ੍ਹਾਂ ਇੱਕੋ ਜਗ੍ਹਾ ਤੇ ਖੜੀ ਹੋਈ ਹੈ। ਦੁਪਹਿਰਾ ਢਲਿਆ ਪਰ ਫਿਰ ਵੀ ਦਰਖਤ ਦੀ ਛਾਂ ਮਹਾਰਾਜ ਦੇ ਮੁਖ ਦੇ ਉੱਪਰ ਹੈ। ਮੈਂ ਇਹਦੇ ਵਿੱਚੋਂ ਇਹ ਚੀਜ਼ ਅਨੁਭਵ ਕਰਦਾ, ਇਹ ਤੁਸੀਂ ਕੋਈ ਕਰਾਮਾਤ ਸਮਝ ਸਕਦੇ ਹੋ, ਚਮਤਕਾਰ ਸਮਝ ਸਕਦੇ ਹੋ, ਪਰ ਸੱਚ ਤਾਂ ਇਹ ਹੈ, ਦੁਨੀਆ ਦੇ ਵਿੱਚ ਸਾਰਾ ਕੁਝ ਇਸ ਤਰ੍ਹਾਂ ਹੈ
महाराज कहते जिवें दरख्त की छां होवे। आपां रोज़ सारे जाने सुखमनी साहिब का पाठ करते हैं, तुसीं जाप करते हो, तो जिहदे विच गुरु अर्जन देव जी महाराज जी का एक बड़ा सुंदर बचन आउंदा जे। पातशाह जी कहते ने बिरख की छाया स्यो रंग लावै, ओह बिनसै ओह मन पछतावै, जो दिसै सो चालनहार, लपट रहो तह अंध अंधार, बटाऊ स्यो जो लावै देह, ताको हाथ न आवै के। दरख्त की छाया नाल रंग का अर्थ हुंदा प्रेम। जिहड़ा दरख्त की छाया नाल प्रेम करदा है उहदे हथ कुछ नहीं आउंदा, क्योंकि दरख्त की छां बिनस जाती है, उहनूं पछताना पैंदा है। इहदा भाव अर्थ की है, दुनिया के जितने भी पदार्थ ने दरख्त की छां वांगू ने, तुसीं इहदे हेठां बह के सुख मान सकते हो, पर यह टिकनी नहीं छाया, ये नष्ट हो जानी है। जिहड़ा इहदे नाल प्रेम करेगा ना पदार्थ नालों पछतावेगा। तो वाकिया पातशाह कहते जो दिसै सो चालनहार, जो दिस रहा उन्हें जाना है, पर फिर भी आपां उहदे नाल लिपटे होए आ। फिर सतगुरु कहते राहगीर नाल जिहड़ा प्रेम लाउंदा ना, राहगीर अपनी मंजिल नूं चलिया जांदा, विछड़ जांदा, मनुख नूं पछताना पैंदा है। गल स्पष्ट जी है, पदार्थ नाल प्रेम करन वाला पछताउंदा क्योंकि पदार्थ चला जांदा है, पर सच जाणिओ जिहड़ा गुरु नानक साहिब नाल प्रेम करेगा ना, उहदे ते छाया बनी रहेगी। क्योंकि दरख्त की छाया किथे टिकी सी? दरख्त की छाया गुरु नानक साहिब उपर टिकी है। तो जिन्हां ने गुरु नानक साहिब दे चरण फड़ लए ने ना, तो यह दरख्त की छाया उन्हां ते बनी रहेगी। इहदा भाव अर्थ उन्हां नूं किसी चीज़ की कमी नहीं रहेगी। जिहड़े गुरु नानक साहिब दे चरनां दा ऊट आसरा लैके जीवणगे, ते सतगुरु सच्चे पातशाह महाराज जी कहते जिन्हां ने गुरु का ऊट आसरा धारण कर लिया ना जी, उथे किसी भी पदार्थ की कमी नहीं। आगे सुख मेरे मीता, पातशाह आनंद प्रभ कीता। इत्थे भी आनंद विच ते अगे दरगाह विच भी वो सुख भोगते हैं, उन्होंने कमी कोई रहिंदी नहीं। जे माया पिछे भजांगे, महाराज कहते छाया दे वांगू नष्ट होवेगी। जे गुरु दे चरणां नूं पूजांगे, फिर ये माया दरख्त की छाया वांगू उस तरह टिकी रहेगी जिवें दरख्त की छाया गुरु नानक साहिब दे उपर टिकी रही है। रब उत्थे ही जिथे विराजमान हुंदा है, ते सुभावक है लक्ष्मी भी उत्थे ही खड़ी हुंदी है। जिथे लक्ष्मी नूं लोग पूजी जाण ना, ते उत्थे फिर साध संगत जी जे रब ना होवे ते लक्ष्मी भी कोई नहीं ठहरदी। मैं एक छोटी जी उदाहरण दियां, समाप्ति हो चली है। एक बड़ी सुंदर कथा लिखी, भगवान ते लक्ष्मी आपस में झगड़ा करते हैं। भगवान कहता जी मेरी पूजा, लक्ष्मी कहती मेरे सेवक ज़्यादा ने। वैसे लक्ष्मी के सेवक ज़्यादा ही ने संसार में, सब माया पिछे दौड़ते हैं। की राजनीतिक मनुख, की धार्मिक मनुख, की समाजिक मनुख, सब माया पिछे नहीं जी। ये सच्चाई है। कोई विरला विरला है जिन्हों माया की खिच नहीं, जो बंदगी दे विच हर वक्त जुड़िया रहिंदा है। ये तो नगर ही बड़े भागां वाला है, जिथे महापुरख संत भान सिंह जी वर्गे, संत काला सिंह जी, संत बाबा मलकीत सिंह जी वर्गे महापुरख होए। एक नगर विच इन्ने महापुरखां दा होना, इस तो वड्डी माण दी गल की है। शास्त्र तां कहंदे भी संत नगर नगर विच नहीं होंदा, पर जिथे एक नगर विच इन्ने महापुरख होवण, इस तो वड्डे भाग होर की हो सकदे ने। साध संगत जी कहते जी आप परख करके वेख लीए। भगवान ते लक्ष्मी कहन लगे भी परख कर लीए। साधु का भेख धारिया, हाथ च कमंडल लिया, शरीर ते सुवाह मिली। भगवान तुर पे एक शाहूकार दे घर विच, उन्हें आख्या संत जी आए ने, आओ बैठो अंदर। कहता जी जल लैके आया। जदों जल लैन गया तो पिछों रथ ते एक बीबी बह के आ गई। रथ रोकिया, जी जल छका दिओ। उन्हें वेख्या भी एक सोने का रथ, उहदे च बीबी बैठी, जल मंगया। उधरों संत आवाज मारे जल छका दे, उधरों वो आवाज मारे भी जल छका दे। कहता जी लैके आया जल। वो कहती मैं चली हाँ, जे समा लाया। कहता नहीं हुणे आया। जल लैके आउण लगा ना जी, उन्हें आख्या जी भी जल जेड़ा मैं सोने दे भांडे विच छकदी हाँ, मैं तेरे भांडे च नहीं छकना, ते जिस भांडे विच मैं जल एक बारी छक लवां, वो भांडा उत्थे ही सुट देनी। वो कहता जी लो जी तुसी जल छको, आओ अंदर आओ। वो कहती जी मैं नहीं अंदर आना, पहला वो जिहड़ा अंदर बैठा उन्होंने बाहर कढ़। वो गया, उन्हें चक्या साधु का करमंडल, कहता चल इथों। वो साधु कहता जल ते छका दे। कहता तेरी लिए कोई जगह नहीं, चल इथों तू निकल।
ਜਦੋਂ ਸਾਧੂ ਨਿਕਲਿਆ ਨਾ, रथ भी तुर पिया। वो कहता जी कित्थे चले हो? कहते जी मैं तो उत्थे हुंदी हाँ जिथे साधु हुंदा है, मेरा वासा उत्थे हुंदा है जिथे भगवान रहिंदा है। जिथे भगवान की बंदगी नहीं ना, उथे मैं भी नहीं खड़दी। इस करके गुरु 10वें पातशाह जी की उस्तत विच बचन आउंदे ने, कहंदे लक्ष्मी खड़ी तुमरे दरबारा, सर्व देवते करै नमस्कारा। लक्ष्मी तेरे दरबार ते खड़ के तेरी झाड़ू बरदार है, ते देवते भी हाथ जोड़ के नमस्कार करते, तेरा ते दरबार ही इतना वड्डा है। ये लक्ष्मी उत्थे हुंदी, याद रखियो जिथे बंदगी होवेगी। गुरु नानक साहब जी सिद्धांत सानू बख्श के गए ने। एक छोटी जी अखीर च मैं उदाहरण दे दियां। महाराज का जीवन बड़ा लंबेरा, बड़ा वड्डा है। जदों रीठे महाराज ने मिठे कीते ना, एक पासे सिद्ध बैठे सन, एक पासे गुरु नानक साहब जी। सिद्ध अपने रीठे मिठे नहीं कर सके, पर जिधर गुरु साहब जी बैठे हो रीठे मिठे हो गए, अज भी ने। सिद्धांत दे पक्ष तो तुसीं विचारो, जिथे बंदगी होवे ना जी, याद रखियो उत्थे सारे रीठे मिठे ही ने, मिठे ही ने। रीठा हुंदा कौड़ा ही है, पर मिठा हो सकदा जिथे बंदगी दा प्रताप हो। जेड़े दुख कौड़े ने ना, वो भी मिठे ही हो जाते रीठिया वांगू जदों बंदगी दा प्रताप होवे। तब गुरु साहब जी आप कहते, दुख नाही सब सुख ही है रे, हार नहीं सब जित है। दुख तो है ही नहीं, सुख ही सुख है। महाराज कहते हार नहीं, बस जित ही जित है। एक रीठा जेड़ा कौड़ा मिठा हो सकता है, पर जिधर सिद्ध बैठे सन वो हिस्सा मिठा नहीं जे होया, वो कौड़े दा कौड़ा ही रहा। मिठास कित्थे है? बंदगी दे विच मिठास है गुरमुखो। बंदगी दुखां नूं जो कौड़े ने उन्हां नूं भी मिठा बना देंदी है। ते गुरु नानक साहब जी महाराज जिन्हां ने सर्व संसार दा भरमण करदिआं नाम जपण दा हौका दिता है, साडी जिंदगी दा मकसद सानू सिखा के गए। असीं धरती ते आए आ ते बंदगी करन वास्ते। जिथे तुसीं किरत करनी है उथे नाल बंदगी जरूर करो। किरत शरीर नूं पालदी है, किरत जिहड़ा कामकार करदे आ वो साडे शरीर नूं पालदा है, बंदगी साडी आत्मा नूं पालदी है। ते दोहां दी जरूरत है। जिहड़ा बाहरों मुरदा है ना जी, अंदरों जिउंदा है, उन्हां नूं की करना पैंदा? उन्हां नूं भिक्षु बनना पैंदा, मंगना पैंदा ना जी। सिद्धां नूं महाराज तां ही कहंदे ने भी पहलां गृहस्थियां दी निंदिया कर दिओ, फिर उन्हों के घर मंगण जाई। तुसीं पहलां निंदिया कर दिओ गृहस्थी माड़े ने, मंगण भी तां उन्हां दे घर विच जांदे हो ना जी। भाई गुरदास साहब ने बचन लिखे ने, की लोड़ है घर छड्डण दी। महाराज कहंदे बाहरों मुरदे अंदरों जिउंदे हो, एक साडे वर्गे अंदरों मुरदे बाहरों जिउंदे आ। असीं पदार्थ पिछे भजदे आ, बंदगी पिछे नहीं। पर असली गुरमुख जो जीवन साहब जी सिखा के गए ने, साडा बाहरों भी जिउना ते अंदरों भी जिउना है। बाहरों गुरसिख किरत करदा, किरत विरत कर धर्म दी, अंदरों वो परमेश्वर की बंदगी करदा है। इस करके महाराज किरत नाल ते परमात्मा की कीर्ति नाल सानू जोड़ के गए ने। ये सिद्धांत जिहड़ा असीं सारिआं ने अपने जीवन विच धार के अपने जीवन नूं सफला करना है। समा समाप्त हो गया। जिन्ना क समा प्रबंधकां वल्लों गुरमुखां वल्लों प्राप्त होया सी। गुरु नानक साहब जी की कथा कहानी बड़ी महान ते लंबेरी है। सारी जिंदगी जस करते रहो, ये कदे मुकदी नहीं। पर जिन्हां ने गुरु का जस किया अपनी रसना तो, वो गुरमुख अपना जीवन सफला कर गए ने। धन गुरु नानक साहब जी महाराज साडे सारिआं ते किरपा करन जी। दरों करो नामदान गुरसिੱਖੀ जीवन की दात बख्शण। सरबत दा गाविया सुनिया महाराज जी सफला करन जी। धन गुरु ग्रंथ साहब जी महाराज जी का कोटान कोट शुकराना है, जिन्हों ने साढ़े सारिਆਂ ते दया करके संगत बख्शी है। आप संगतां दा हार्दिक धन्नवाद, जिन्हों ने बड़ी गंभीरता नाल एकाग्रता नाल गुरु का जस सरवण किया है। महापुरख बाबा गुरप्रीत सिंह जी जिन्हों ने उपराला किया है। भाई बलबीर सिंह जी जिन्हों ने हुक्म लाया सी कथा का, उन्हों का भी हार्दिक धन्नवाद। महापुरखों का धन्नवाद। सतगुरु जी किरपा अपनी बनाई रखण।
ਹੋਰ ਵੀ ਅਨੇਕਾਂ ਗੁਰਮੁਖ ਜਨ ਸੇਵਾ ਕਰ ਰਹੇ ਨੇ ਜੀ। ਮੈਨੂੰ ਨਾਂ ਨਹੀਂ ਪਤਾ ਜੀ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਤੇ ਗੁਰੂ ਸਾਹਿਬ ਜੀ ਸਾਡੇ ਸਾਰਿਆਂ ਤੇ ਇਸੇ ਤਰ੍ਹਾਂ ਮਿਹਰਮਤ ਕਰਨ ਜੀ। ਆਪ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਫਤਿਹ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।